सतनाम श्री वाहेगुरु। गौड़ी कबीर जी नगन फिरत जो पइया जोग, बन का मिर्ग मुकत सब होग। क्या नागे क्या बादे चाम, जब नहीं चीनस आत्म राम रहो। मूड मुंडाए जो सिद्ध बाय, मुक्ति भीड़ ना गैया काय। बिंद राख जो तरिया पाए, खुश रह क्यों ना परम गत पाए। कहो कबीर सुनो नर भाई, राम नाम बिन किन गत पाए। काहे रे वन खोजन जाई, सर्वनवासी सदाय लेपा। तो ही संग समाई, सब किछ कर में बाहर नहीं। बाहर टोले सो परम भुलाए। ज़हरा ज़हूर हाजरा हजूर, सर्व कला भरपूर समर्थ गुरु। लोक परलोक दे रखियक भगत वशल, ज्ञान दे सागर सर्व शक्तिमान। भगतां गुरुआं भट्टां सिखां दी बाणी जोत। धन धन श्री गुरु ग्रंथ साहिब महाराज जी दी पावन पवित्र गोद हजूरी दे विच गुरु शब्द दे नाल जुड़ बैठी देश प्रदेश जुड़ रही साध संगत। आप सब असी सारे ही धनता दे योग हाँ, वड भागे हाँ। गुरु ने मेहर करके साडे सवास चलते रखे हुए हैं। चल रहे सवासां दे राही असी गुरु दा शुकराना, गुरु दा नाम, गुरु दे दर्शन और गुरु दी मेहर बख्शिश प्राप्त कर रहे हाँ। सवास चल रहे हैं तां सो शुक्र है, शुकराना है सतगुरु जी दा, जिन्हां ने साडे ते दया कीती है। सानू जीवन जो बख्शिया होया मिलिया, इसनू सफल करन दा बहुत सफल मौका बख्शे। सो गुरु साहिब मेहर करन, दया करन। सानू गुरु दी बाणी सुनन, पढ़न, समझण दा तरीका ढंग सुमत ये आ जाए। तुमरी कृपा ते मानुख देह पाई है, देहो दर्श हर राय। गुरु साहब दी मेहर कृपा दे नाल
ਇਹ ਮਨੁੱਖੀ ਜਾਮਾ ਅਸੀਂ ਧਾਰਿਆ ਹੈ ਜੀ, ਮਿਲਿਆ ਹੋਇਆ। ਸੋ ਇਸ ਦੇਹੀ ਦੇ ਵਿੱਚ ਆ ਕੇ ਬੇਨਤੀ ਕਰਨੀ ਹੈ ਵੀ ਮੈਨੂੰ ਪਰਮਾਤਮਾ ਦਾ ਗਿਆਨ ਜਾਂ ਪਰਮਾਤਮਾ ਦਾ ਮਿਲਾਪ ਹੋ ਜਾਏ। ਪਰਮਾਤਮਾ ਦਾ ਗਿਆਨ ਹੋਣਾ ਮਿਲਾਪ ਕਹਿ ਸਕਦੇ ਹਾਂ। ਜਿਸ ਚੀਜ਼ ਦੇ ਬਾਰੇ ਜਾਣਕਾਰੀ ਨਹੀਂ ਉਹਦੇ ਮਿਲਾਪ ਦੀ ਗੱਲ ਵੀ ਨਹੀਂ ਚੱਲਦੀ। ਜਿਸ ਸ਼ਹਿਰ ਬਾਰੇ ਜਾਣਕਾਰੀ ਨਾ ਹੋਵੇ ਉੱਥੇ ਜਾਣ ਦੀ ਗੱਲ ਵੀ ਨਹੀਂ ਚੱਲਦੀ। ਜਿਹੜਾ ਸ਼ਹਿਰ ਅਜੇ ਵਸਿਆ ਹੀ ਨਾ ਹੋਵੇ ਉੱਥੇ ਰਹਿਣ ਦੀ ਗੱਲ ਵੀ ਨਹੀਂ ਚੱਲਦੀ। ਤੇ ਜਿਹੜਾ ਸ਼ਹਿਰ ਤਰੱਕੀਆਂ ਤੇ ਹੈ, ਜਿਸ ਸ਼ਹਿਰ ਵਿੱਚ ਆਮਦਨ ਬਹੁਤ ਹੈ, ਉਸ ਸ਼ਹਿਰ ਦੇ ਵਿੱਚ ਲੋਕ ਵਪਾਰ ਕਰਨ ਲਈ ਜਾਂਦੇ ਨੇ। ਗੁਰੂ ਨਾਨਕ ਦੇ ਘਰ ਨੂੰ ਵੀ ਇੱਕ ਸ਼ਹਿਰ ਆਖਿਆ। ਸ਼ਹਿਰ ਭਗਤ ਰਵਿਦਾਸ ਮਹਾਰਾਜ ਜੀ ਦੀ ਅਸੀਂ ਪੰਕਤੀ ਪੜ੍ਹਦੇ ਹਾਂ, ਬੇਗਮਪੁਰਾ ਸ਼ਹਿਰ ਕੋ ਨਾਉ। ਉਹ ਸ਼ਹਿਰ, ਉਹ ਦੇਸ਼, ਧਨ ਸੋ ਦੇਸ਼ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਜੀਓ, ਉਹ ਦੇਸ਼ ਕਿੱਥੇ ਹੈ, ਕਿਵੇਂ ਦਾ, ਕੀ ਉੱਥੇ ਚੀਜ਼ਾਂ ਹਨ, ਇਹਦੇ ਬਾਰੇ ਜੇ ਕੋਈ ਦੱਸਣ ਦਾ ਯਤਨ ਕਰੇ ਤੇ ਉਹ ਉਦੋਂ ਤੱਕ ਸਮਝ ਨਹੀਂ ਆਣੀ ਜਦੋਂ ਤੱਕ ਖੁਦ ਬੰਦਾ ਪ੍ਰੈਕਟੀਕਲ ਬਾਣੀ ਰਾਹੀਂ ਜੀਵਨ ਬਤੀਤ ਨਹੀਂ ਕਰਦਾ। ਜੇ ਕਿਸੇ ਨੂੰ ਕਹੀਏ ਵੀ ਸੱਚਖੰਡ ਬੈਕੁੰਠ ਧਾਮ ਇਸ ਤਰ੍ਹਾਂ ਦਾ ਹੁੰਦਾ, ਬੇਗਮਪੁਰਾ ਸ਼ਹਿਰ ਇਸ ਤਰ੍ਹਾਂ ਦਾ ਹੁੰਦਾ, ਉਹਦਾ ਪੂਰਾ ਭਰੋਸਾ ਨਹੀਂ ਬਣੇਗਾ, ਕਿਉਂਕਿ ਉਹ ਸੁਣੀ ਸੁਣਾਈ ਗੱਲ ਤੇ ਥੋੜਾ ਬਹੁਤਾ ਯਕੀਨ ਕਰ ਸਕਦਾ, ਪੂਰਾ ਨਹੀਂ। ਜੇ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਜਿਸ ਦੇਸ਼ ਬਾਰੇ ਪਤਾ ਹੀ ਨਾ ਹੋਵੇ ਉਹਦੀ ਗੱਲ ਸੁਣਨੀ ਜਾਂ ਕਰਨੀ ਬੰਦਾ ਲਾਇਕ ਨਹੀਂ ਕਰਦਾ। ਜਿਸ ਦੇਸ਼ ਬਾਰੇ ਜਾਣਕਾਰੀ ਹੋਵੇ, ਉੱਥੇ ਦੇ ਸਿਸਟਮ ਬਾਰੇ ਪਤਾ ਹੋਵੇ, ਰਹਿਣ ਸਹਿਣ ਬਾਰੇ ਪਤਾ ਹੋਵੇ, ਉੱਥੇ ਦੇ ਕਾਰੋਬਾਰਾਂ ਬਾਰੇ ਪਤਾ ਹੋਵੇ, ਉੱਥੇ ਦੇ ਕਾਨੂੰਨ, ਉੱਥੇ ਦੀ ਨਿਆਂ ਪ੍ਰਣਾਲੀ ਬਾਰੇ ਪਤਾ ਹੋਵੇ ਤੇ ਲੋਕ ਉਧਰ ਨੂੰ ਤੁਰ ਪੈਂਦੇ ਨੇ। ਜਿਸ ਦੇਸ਼ ਦਾ ਕਾਨੂੰਨ ਅੱਛਾ ਨਹੀਂ ਹੈ, ਜਿੱਥੇ ਸਹੂਲਤਾਂ ਨਹੀਂ, ਜਿੱਥੇ ਆਮਦਨ ਨਹੀਂ, ਤੇ ਅਸੀਂ ਉਸ ਦੇਸ਼ ਵੱਲ ਮੂੰਹ ਨਹੀਂ ਕਰਦੇ, ਸਗੋਂ ਅਸੀਂ ਇੰਡੀਆ ਵਰਗੇ ਦੇਸ਼ ਨੂੰ ਛੱਡ ਕੇ ਅਰਬ, ਯੂਰਪ ਔਰ ਫੋਰਨ ਕੰਟਰੀ ਵੱਲ ਮੂੰਹ ਕਰੀ ਬੈਠੇ ਹਾਂ। ਕਾਰਨ ਤੇ ਕੋਈ ਨਾ ਕੋਈ ਜ਼ਰੂਰ ਹੈ। ਇਹ ਤੇ ਹੈ ਨਹੀਂ ਵੀ ਕਾਰਨ ਨਹੀਂ ਹੈ, ਕਾਰਨ ਜ਼ਰੂਰ ਹੈ। ਸੋ ਵਿਸ਼ਾ ਸਾਡਾ ਉਹ ਨਹੀਂ ਹੈ, ਵਿਸ਼ਾ ਸਾਡਾ ਹੈ ਉਸ ਘਰ ਦਾ, ਧਨ ਸੋ ਦੇਸ਼ ਜਹਾਂ ਤੂੰ ਵਸਿਆ, ਜਿਸ ਨੂੰ ਅਸੀਂ ਬੇਗਮਪੁਰਾ ਸ਼ਹਿਰ ਜਾਂ ਸੱਚਖੰਡ ਦੇ ਨਾਮ ਦੇ ਨਾਲ ਵੀ ਗੁਰੂ ਸਾਹਿਬ ਤੋਂ ਜਾਣਦੇ ਹਾਂ। ਸੋ ਇਹ ਚੀਜ਼ਾਂ ਸਾਰੀਆਂ ਲਿਖ ਦਿੱਤੀਆਂ ਬਾਣੀ ਦੇ ਵਿੱਚ। ਹੁਣ ਇਹ ਸ਼ਹਿਰ ਲੱਭੀਏ ਕਿੱਥੋਂ? ਕਿਉਂਕਿ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਸ ਸ਼ਹਿਰ ਵਿੱਚ ਰਹਿਣ ਵਾਲਾ ਜਿਹੜਾ ਮਾਲਕ ਹੈ, ਨਾ ਉਹਦੀ ਜ਼ਾਤ ਹੈ, ਨਾ ਉਹਦਾ ਕੋਈ ਰੂਪ ਹੈ, ਨਾ ਉਹਦਾ ਕੋਈ ਫਿਕਸ ਸਥਾਨ ਹੈ, ਤੇ ਨਾ ਉਹਦੀ ਕੋਈ ਖਾਸ ਪਹਿਚਾਣ ਹੈ ਵੀ ਇਸ ਪਹਿਚਾਣ ਦੇ ਵਿੱਚ ਉਸ ਘਰ, ਉਸ ਦੇਸ਼ ਵਿੱਚ ਮਿਲੇਗਾ। ਫਿਰ ਜਦੋਂ ਅਸੀਂ ਇੱਦਾਂ ਦੀ ਵਿਚਾਰ ਕਰਦੇ ਹਾਂ, ਲੱਗਦਾ ਸੁਣੀਆਂ ਸੁਣਾਈਆਂ ਗੱਲਾਂ ਨੇ, ਨੈਚੁਰਲੀ ਹੈ। ਜਦੋਂ ਅਸੀਂ ਕਿਸੇ ਨੂੰ ਸੱਚਖੰਡ, ਬੈਕੁੰਠ, ਬੇਗਮਪੁਰਾ ਦਿਖਾਈ ਨਹੀਂ ਪਾਉਂਦੇ ਤੇ ਵਿਚਾਰਾ ਸਾਹਮਣੇ ਵਾਲਾ ਬੰਦਾ ਕਨਫਿਊਜ਼ ਹੋ ਜਾਂਦਾ ਹੈ। ਉਹਨੂੰ ਲੱਗਦਾ ਵੀ
ਐਵੇਂ ਹੀ ਭੁਲੇਖੇ ਜਿਹੇ ਹੀ ਲੱਗਦੇ ਨੇ, ਐਵੇਂ ਹੀ ਗੱਲਾਂ ਲੱਗਦੀਆਂ। ਉਹਦੀ ਵੀ ਗੱਲ ਸਹੀ ਹੈ। ਜਾਂ ਤੇ ਕਿਸੇ ਦਾ ਕਿਸੇ ਨੂੰ ਹੱਥ ਫੜਾ ਕੇ ਕਹਿ ਦਈਏ ਵੀ ਚੱਲ ਆਹ ਚੀਜ਼ ਉੱਥੇ ਤੈਨੂੰ ਮਿਲਣੀ, ਇਹਦੇ ਨਾਲ ਤੁਰ ਜਾ, ਤੇ ਉੱਥੇ ਉਹਨੂੰ ਛੱਡ ਆਏ, ਉੱਥੇ ਘਰ ਵਿੱਚ ਬਿਠਾ ਆਏ, ਫਿਰ ਤੇ ਠੀਕ ਹੈ। ਹੁਣ ਮੈਂ ਉਹ ਘਰ ਹੀ ਨਹੀਂ ਵੇਖਿਆ ਤੇ ਮੈਨੂੰ ਕੋਈ ਬਾਂਹ ਫੜਾ ਦੇਵੇ ਕਿਸੇ ਦੀ ਵੀ ਇਹਨੂੰ ਲੈ ਜਾ, ਮੈਂ ਤੇ ਆਪ ਡੁੱਬਦਾ ਪਿਆ, ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਬਹਾਏ। ਉਹ ਜਿਹੜਾ ਘਰ ਹੈ ਕੋਈ ਪਹਿਲੇ ਦੂਜੇ ਚੌਥੇ ਛੇਵੇਂ ਪੰਜਵੇਂ ਸੱਤਵੇਂ ਅਸਮਾਨ ਦੇ ਵਿੱਚ, ਕੋਈ ਕਿੱਲਿਆਂ ਦੇ ਵਿੱਚ ਨਹੀਂ ਬਣਿਆ ਹੋਇਆ। ਜਿਸ ਨੂੰ ਬੈਕੁੰਠ ਕਿਹਾ ਨਾ, ਇੱਕ ਪੰਕਤੀ ਪੜ੍ਹਦੇ ਆ, ਤਹਾਂ ਬੈਕੁੰਠ ਜਹ ਕੀਰਤਨ ਤੇਰਾ। ਇੱਥੇ ਕੀਰਤੀ ਹੋ ਰਹੀ ਹੈ ਨਾ, ਕਥਾ ਜਾਂ ਕੀਰਤਨ ਦੇ ਰੂਪ ਦੇ ਵਿੱਚ, ਇਹ ਬੈਕੁੰਠ ਹੈ। ਕੋਈ ਇਸ ਨੂੰ ਗੁਰਦੁਆਰਾ ਕਹਿੰਦਾ, ਜਿੱਥੇ ਸਿਫਤ ਸਲਾਹ ਹੁੰਦੀ, ਕੋਈ ਮਸਜਿਦ ਕਹਿੰਦਾ, ਕੋਈ ਮੰਦਰ ਕਹਿੰਦਾ, ਕੋਈ ਠਾਕੁਰ ਦੁਆਰਾ ਸ਼ਿਵ ਦਵਾਲਾ ਕਹਿੰਦਾ, ਕੋਈ ਕੁਛ ਕਹਿੰਦਾ। ਮਤਲਬ ਜਿੱਥੇ ਪਰਮ ਪਿਤਾ ਪਰਮਾਤਮਾ ਦੀ ਬਾਹਰੀ ਤੌਰ ਤੇ ਇਕੱਲੀ ਸਿਫਤ ਨਾ ਹੋਵੇ, ਜੇ ਕੇਵਲ ਬਾਹਰੀ ਤੌਰ ਤੇ ਸਿਫਤ ਹੈ ਤੇ ਉਹ ਨਿਜ ਘਰ ਜਾਂ ਸੱਚਖੰਡ ਜਾਂ ਬੇਗਮਪੁਰਾ, ਉਸ ਸ਼ਹਿਰ ਦੀ ਡੈਫੀਨੇਸ਼ਨ ਜਾਂ ਉਹਦੇ ਬਾਰੇ ਪਤਾ ਨਹੀਂ ਚੱਲਣਾ। ਇਹ ਆਤਮਕ ਅਵਸਥਾ ਦੀ ਗੱਲ ਕੀਤੀ ਹੈ ਮਹਾਰਾਜ ਜੀ ਨੇ। ਆਪਣੀ ਆਤਮਕ ਅਵਸਥਾ ਰਾਹੀਂ ਤੂੰ ਜਿਸ ਸ਼ਹਿਰ ਨੂੰ ਦੇਖਣਾ ਚਾਹੁੰਦਾ, ਜਿਸ ਮੰਜ਼ਿਲ ਦੀ ਪ੍ਰਾਪਤੀ ਕਰਨਾ ਚਾਹੁੰਦਾ, ਇਹ ਹੋਰ ਸੌਖੀ ਉਦਾਹਰਨ ਦੇ ਦਿੰਦੇ ਆ। ਪੜ੍ਹਾਈ ਕਰਕੇ ਹੀ ਬੰਦਾ ਸਿਪਾਹੀ ਭਰਤੀ ਹੋ ਜਾਂਦਾ ਹੈ, ਤੇ ਪੜ੍ਹਾਈ ਹੈ ਨਾ, ਐਜੂਕੇਸ਼ਨ ਹੈ। ਪੜ੍ਹਾਈ ਕਰਕੇ ਕਈ ਹੌਲਦਾਰ ਭਰਤੀ ਹੋ ਜਾਂਦੇ ਨੇ, ਕਈ ਸਬ ਇੰਸਪੈਕਟਰ, ਕਈ ਇੰਸਪੈਕਟਰ। ਜੇ ਫੌਜ ਦੀ ਲਾਈਨ ਚੁਣ ਲਈਏ, ਕਈ ਪਹਿਲਾਂ ਸਿਪਾਹੀ ਭਰਤੀ ਹੁੰਦੇ ਨੇ, ਬਾਅਦ ਵਿੱਚ ਹੋਰ ਪੜ੍ਹਾਈ ਕਰਦੇ ਨੇ, ਤਰੱਕੀ ਕਰਦੇ ਨੇ ਤੇ ਬੁਲੰਦੀਆਂ ਪ੍ਰਾਪਤ ਕਰਦੇ ਨੇ। ਕਈ ਡਾਇਰੈਕਟ ਆਫਿਸਰ ਵੀ ਭਰਤੀ ਹੁੰਦੇ ਨੇ, ਡਾਇਰੈਕਟ ਹੈ, ਤੇ ਉਹਨਾਂ ਦੇ ਕੋਲ ਵੀ ਐਜੂਕੇਸ਼ਨ ਵਿਦਿਆ। ਮਤਲਬ ਵਿਦਿਆ ਦਾ ਲੈਵਲ ਕਿੰਨਾ ਕੁ ਹੈ, ਕਿਸੇ ਨੇ ਵਿਦਿਆ ਕਿੰਨੀ ਕੁ ਪ੍ਰਾਪਤ ਕੀਤੀ ਹੈ, ਕਿਸ ਸਬਜੈਕਟ ਨੂੰ ਲੈ ਕੇ ਕੀਤੀ ਹੈ, ਕਿਹੜੇ ਗਰੁੱਪ ਦੇ ਵਿੱਚ ਰਹਿ ਕੇ ਉਸਨੇ ਐਜੂਕੇਸ਼ਨ ਪ੍ਰਾਪਤ ਕੀਤੀ ਹੈ। ਤੇ ਜੇ ਕੋਈ IPS IAS ਆਫਿਸਰ ਬਣਦਾ ਤੇ ਉਹਦੀ ਵਿਦਿਆ ਬਾਰੇ ਜੇ ਕੋਈ ਸੁਣੇਗਾ ਤੇ ਪੜ੍ਹੇਗਾ, ਕੰਨਾਂ ਨੂੰ ਹੱਥ ਲਾਏਗਾ ਵੀ ਇੰਨੀ ਮਿਹਨਤ। ਤੇ ਜਿਹੜਾ ਹੁਣ 10ਵੀਂ ਪਾਸ ਕਰਕੇ ਸਿਪਾਹੀ ਭਰਤੀ ਹੋ ਗਿਆ, ਉਹਦੀ ਗੱਲ ਕੁਝ ਹੋਰ ਹੈ। ਜਿਵੇਂ ਜਿਵੇਂ ਕਿਸੇ ਨੇ ਆਤਮਕ ਅਵਸਥਾ ਦੇ ਲੈਵਲ ਨੂੰ ਅਪ ਕਰਨਾ ਹੈ, ਉਸ ਰੂਹਾਨੀਅਤ ਮੰਡਲ ਦੇ ਦੀਦਾਰ ਕਰਨੇ ਨੇ, ਇਹ ਆਤਮਕ ਅਵਸਥਾ ਨੂੰ ਉੱਚੀ ਸੁੱਚੀ ਕਰਕੇ ਉੱਪਰ ਲੈ ਕੇ ਜਾਣਾ ਪਏਗਾ। ਹੌਲੀ ਹੌਲੀ ਪਤਾ ਲੱਗੇਗਾ ਵੀ ਸੱਚ ਦਾ ਸਰੂਪ ਕੀ ਹੈ। ਮੈਂ ਤੁਹਾਨੂੰ ਐਵੇਂ ਹੀ ਬੋਲੀ ਜਾਵਾਂ, ਦੱਸੀ ਜਾਵਾਂ, ਤੁਹਾਨੂੰ ਮੰਨਣ ਦੀ ਜ਼ਰੂਰਤ ਨਹੀਂ। ਤੁਸੀਂ ਤਰਕ ਦਲੀਲ ਦਾ ਰਾਈਟ ਰੱਖਦੇ ਹੋ, ਪੁੱਛਣ ਦਾ ਹੱਕ ਰੱਖਦੇ ਹੋ, ਐਡੀ ਵੱਡੀ ਗੱਲ ਕਰਦੇ ਹੋ। ਸ਼੍ਰੀਮਾਨ ਜੀ, ਭਾਈ ਸਾਹਿਬ ਜੀ, ਗੁਰਮੁਖ ਪਿਆਰੋ, ਮਹਾਤਮਾ ਜੀ, ਜਾਂ ਕਿਉਂਕਿ ਇੱਛਾ ਪੁੱਛਣ ਵਾਲੇ ਦੀ ਵੀ ਸਿਰਫ ਦੂਜੇ ਨੂੰ ਜਲੀਲ ਕਰਨ ਦੇ ਲਈ ਨਾ ਹੋਵੇ। ਜੇ ਕਿਸੇ ਨੇ ਸੱਚ ਦੇ ਮਾਰਗ ਨੂੰ ਜਾਣਨਾ ਹੈ, ਕਿਸੇ ਖੰਡ ਬਾਰੇ ਜਾਣਕਾਰੀ ਲੈਣੀ ਹੈ, ਤੇ ਉਹ ਉਸ ਨੂੰ ਕਿਸੇ ਮਸ਼ਕਰੀ ਟੀਚਰ ਦੇ ਨਾਲ ਪੁੱਛਣ ਦਾ ਯਤਨ ਨਾ ਕਰੇ, ਅੰਦਰੋਂ ਚਾਹਤ ਰੱਖੇ ਵੀ ਮੈਂ ਸੱਚਮੁੱਚ ਸੱਚ ਨੂੰ ਜਾਣਨਾ ਚਾਹੁੰਦਾ। ਸੌਦਾ ਵੇਚਣ ਵਾਲਾ ਵੀ ਤਿਆਰ ਹੋਵੇ, ਸੌਦਾ ਖਰੀਦਣ ਵਾਲਾ ਵੀ ਤਿਆਰ ਹੋਵੇ, ਤੇ ਵਸਤੂ ਦੀ ਕਦਰ ਹੁੰਦੀ ਹੈ। ਵੇਚਣ ਵਾਲੇ ਦਾ ਮੂਡ ਨਾ ਹੋਵੇ ਤੇ ਖਰੀਦਣ ਵਾਲੇ ਦਾ ਵੀ ਦਿਲ ਨਾ ਹੋਵੇ,
ਤੇ ਸੌਦੇ ਦੀ ਕੋਈ ਬਹੁਤੀ ਕੀਮਤ ਨਹੀਂ ਪੈਂਦੀ, ਚਾਹੇ ਉਹ ਬਹੁਤ ਖਰਾ ਸੌਦਾ ਕਿਉਂ ਨਾ ਹੋਵੇ। ਜੇ ਜਾਣਨ ਵਾਲੇ ਨੂੰ ਜਾਣਨ ਦੀ ਇੱਛਾ ਨਹੀਂ, ਜਨਾਉਣ ਵਾਲੇ ਨੂੰ ਦੱਸਣ ਦੀ ਇੱਛਾ ਨਹੀਂ ਪ੍ਰੋਪਰ, ਉਹ ਵੀ ਘਾਲਾ ਮਾਲਾ ਕਰਦਾ, ਲੁਕੋ ਕੇ ਰੱਖਦਾ, ਸੱਚ ਦੱਸਣਾ ਨਹੀਂ ਚਾਹੁੰਦਾ। ਕਿਉਂਕਿ ਕਈ ਜਿਹੜੇ ਨੇ ਉਹ ਸੱਚ ਨੂੰ ਪੂਰਨ ਰੂਪ ਤੇ ਪਹਿਲੀ ਗੱਲ ਤੇ ਕੀ ਪਤਾ ਉਹ ਜਾਣਦੇ ਕਿ ਨਹੀਂ। ਜੇ ਜਾਣਦੇ ਨੇ ਤੇ ਪ੍ਰੋਪਰ ਪੂਰੀ ਤੌਰ ਤੇ ਉਹ ਦੱਸਣਾ ਨਹੀਂ ਚਾਹੁੰਦੇ ਜਾਂ ਦੱਸਿਆ ਨਹੀਂ ਜਾਂਦਾ, ਇਹ ਉਹਨਾਂ ਦੀ ਆਪਣੀ ਗੱਲ ਹੈ। ਜੇ ਕਿਸੇ ਦੇ ਕੋਲ ਕੋਈ ਨੁਕਤਾ ਹੈ, ਕਿਸੇ ਦੇ ਕੰਮ ਆ ਸਕਦਾ ਹੈ, ਜੇ ਕੋਈ ਪਰਮੇਸ਼ਰ ਦੇ ਨਾਲ ਕਿਸੇ ਤਰੀਕੇ ਨਾਲ ਜੁੜ ਸਕਦਾ ਹੈ ਤੇ ਉਹਨੂੰ ਸਮਝਾ ਦੇਣਾ ਚਾਹੀਦਾ। ਗੁਰ ਕੀ ਮੱਤ ਤੂੰ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ, ਤੂੰ ਉਹ ਮੱਤ ਲੈ ਲੈ, ਕਿਧਰੋਂ ਵੀ ਮਿਲਦੀ ਹੈ ਲੈ ਲੈ। ਠੀਕ ਹੈ, ਠੰਡੇ ਦੀ ਬੋਤਲ ਪੀਂਦੇ ਹਾਂ ਅਸੀਂ, ਕੋਲਡ ਡਰਿੰਕ ਖੋਖੇ ਤੋਂ ਵੀ ਲੈ ਲੈਂਦੇ ਹਾਂ ਤੇ 5 ਸਟਾਰ ਹੋਟਲ ਤੋਂ ਵੀ ਲੈ ਲੈਂਦੇ ਹਾਂ। ਗਲਤ ਇਹ ਹੈ ਨਾ ਵੀ ਆਪਾਂ ਇੰਜੋਏ ਕਰਨਾ ਹੈ। ਮੈਂ ਕੋਈ ਬਾਣੀ ਸ਼ਬਦ ਇੰਜੋਏ ਵਾਸਤੇ ਨਹੀਂ ਵਰਤ ਰਿਹਾ। ਜਿਵੇਂ ਅਸੀਂ ਬਾਹਰਲੇ ਪਦਾਰਥ ਖਾਂਦੇ ਹਾਂ, ਅਸੀਂ ਖੁਸ਼ੀ ਲੈਣ ਦੇ ਲਈ, ਇੰਜੋਏ ਕਰਨ ਦੇ ਲਈ ਵਰਤਦੇ ਹਾਂ ਨਾ। ਜਿਹੜਾ ਸੱਚ ਦਾ ਭੋਜਨ ਹੈ, ਇਹਨੂੰ ਆਤਮਾ ਦੀ ਖੁਰਾਕ ਦੇ ਲਈ ਅਸੀਂ ਵਰਤਦੇ ਹਾਂ। ਇਹ ਸੌਦਾ ਜਿੱਥੋਂ ਵੀ ਮਿਲ ਜਾਏ, ਕੋਈ ਵੀ ਹੋਵੇ, ਕੋਈ ਜਨ ਹਰਸ਼ੋਂ ਦੇਵੈ ਜੋਰ, ਜੇ ਕੋਈ ਸਮਝਾ ਸਕਦਾ ਤੇ ਸਮਝ ਲੈਣਾ ਚਾਹੀਦਾ। ਦੇਖੋ ਟੀਚਰ ਸਾਹਿਬਾਨ ਸਕੂਲਾਂ ਵਿੱਚ ਹੁੰਦੇ ਆ ਨਾ, ਉਸ ਟੀਚਰ ਦਾ ਨਾ ਅਸੀਂ ਜਾਤ ਦੇਖਦੇ ਹਾਂ ਨਾ ਧਰਮ ਦੇਖਦੇ ਹਾਂ। ਕੋਈ ਮੈਥ ਪੜ੍ਹਾਉਣ ਵਾਲਾ ਸਰਦਾਰ ਹੁੰਦਾ, ਕੋਈ ਖੱਤਰੀ ਹੁੰਦਾ, ਕੋਈ ਬ੍ਰਾਹਮਣ ਹੁੰਦਾ, ਕੋਈ ਅਰੋੜਾ ਹੁੰਦਾ, ਕੋਈ ਕਿਸੇ ਜਾਤ ਦਾ ਹੁੰਦਾ। ਅਸੀਂ ਉਹਦੇ ਕੋਲ ਸਿਰਫ ਮੈਥ ਸਿੱਖਦੇ ਹਾਂ, ਇੰਗਲਿਸ਼ ਸਿੱਖਦੇ ਹਾਂ, ਬਾਇਓਲੋਜੀ, ਫਿਜ਼ਿਕਸ ਜਾਂ ਹੋਰ ਕਈ ਪ੍ਰਯੋਗ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਕੋਲੋਂ ਸਿੱਖਦੇ ਹਾਂ। ਉਹਨਾਂ ਦੀ ਸ਼ਕਲ ਸੂਰਤ ਜਾਤ ਧਰਮ ਨਹੀਂ ਦੇਖਦੇ। ਸਿੱਖ ਉਸ ਨੂੰ ਕਹਿੰਦੇ ਜਿਹੜਾ ਸਿੱਖਿਆ ਲੈਂਦਾ ਹੈ, ਤੇ ਸਿੱਖ ਕਿਸੇ ਵੀ ਧਰਮ ਦੇ ਬੰਦੇ ਕੋਲੋਂ ਸਿੱਖਿਆ ਲੈ ਸਕਦਾ ਹੈ। ਸਾਡਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ, ਅਸੀਂ ਸਿੱਖਿਆ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ, ਇਹ ਤੇ ਪੱਕੀ ਗੱਲ ਹੈ। ਪਰ ਦੁਨੀਆ ਦੀ ਹਰ ਇੱਕ ਚੀਜ਼ ਜਿਹੜੀ ਹੈ, ਹਰ ਇੱਕ ਚੀਜ਼, ਹਰ ਵਸਤੂ ਗਿਆਨ ਦਿੰਦੀ ਹੈ। ਗਿਆਨ ਇਨਸਾਨ ਨੇ ਤੇ ਗਿਆਨ ਦੇਣਾ ਹੀ ਦੇਣਾ ਹੈ। ਉਹ ਜਿਹੜੀ ਨਿਰਜੀਵ ਚੀਜ਼ ਹੈ ਉਹ ਵੀ ਗਿਆਨ ਦੇ ਜਾਂਦੀ ਹੈ। ਜਿਹੜਾ ਇੱਕ ਗਲੀ ਦੇ ਵਿੱਚ ਨਾਲੀ ਦਾ ਚਿੱਕੜ ਹੈ ਉਹ ਵੀ ਗਿਆਨ ਦੇ ਦਿੰਦਾ ਹੈ। ਇੱਕ ਨਸ਼ਈ ਬੰਦਾ ਵੀ ਗਿਆਨ ਦੇ ਦਿੰਦਾ, ਇੱਕ ਵਿਸ਼ਵਾ ਵੀ ਗਿਆਨ ਦੇ ਦਿੰਦੀ ਹੈ। ਇੱਕ ਹਵਾ ਚੱਲ ਰਹੀ ਉਹ ਵੀ ਗਿਆਨ ਦੇ ਦਿੰਦੀ ਹੈ। ਇੱਕ ਤੂਫਾਨ ਵੀ ਗਿਆਨ ਦਿੰਦਾ, ਇੱਕ ਚੱਲ ਰਿਹਾ ਪਾਣੀ ਵੀ ਗਿਆਨ ਦਿੰਦਾ, ਇੱਕ ਜੜ ਉਹ ਵੀ ਗਿਆਨ ਦੇ ਰਿਹਾ, ਇੱਕ ਚੇਤਨ ਉਹ ਵੀ ਗਿਆਨ ਦੇ ਰਿਹਾ। ਸਾਰੇ ਗਿਆਨ ਭਰਪੂਰ ਨੇ, ਕਿਉਂਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ। ਜੇ ਉਹ ਵਸਿਆ ਨਾ ਤੇ ਫਿਰ ਗਿਆਨ ਸਾਰੇ ਪਾਸੇ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਚੀਜ਼ ਦੱਸੀ ਹੈ ਵੀ ਗਿਆਨ ਕਿੱਥੇ ਕਿੱਥੇ ਹੈ। ਉੱਦਾਂ ਸਾਨੂੰ ਪਤਾ ਨਹੀਂ ਸੀ ਲੱਗਣਾ ਵੀ ਗਿਆਨ ਕਿੱਥੋਂ ਕਿੱਥੋਂ ਮਿਲਦਾ, ਸੱਚ ਕਿੱਥੋਂ ਕਿੱਥੋਂ ਮਿਲਦਾ। ਇਹ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੱਸ ਦਿੱਤਾ ਬਈ ਇਹ ਗਿਆਨ ਦਾ ਸੋਮਾ, ਇਹ ਗਿਆਨ ਦਾ ਸਾਗਰ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸੋ ਗੁਰਮਤਿ ਦਾ ਵਿਸ਼ਾ ਹੈ ਬੜਾ ਸਤਸੰਗ ਜੀ ਪਿਆਰਾ, ਤੇ ਇੰਟਰਸਟ ਚਾਹੀਦਾ ਹੈ। ਪਤਾ ਕੁਝ ਨਾ ਕੁਝ ਜ਼ਰੂਰ ਲੱਗੇਗਾ, ਇੱਦਾਂ ਨਹੀਂ ਵੀ ਪਤਾ ਨਹੀਂ ਲੱਗੇਗਾ। ਸੁਣ ਸੁਣ ਕੇ ਪੜ ਪੜ ਕੇ ਸਤਸੰਗ ਜੀ ਇਨਸਾਨ ਪਰਮਾਤਮਾ ਤੱਕ ਪਹੁੰਚ ਗਿਆ। ਜਿਵੇਂ ਪਹਿਲੀ ਦੀ ਕਿਤਾਬ ਪੜ੍ਹੀ ਸੀ, ਕਾਇਦਾ ਫੜਿਆ ਸੀ, ਹੱਥ ਵਿੱਚ ਕਲਮ ਨਹੀਂ ਸੀ ਫੜਨੀ ਆਉਂਦੀ ਤੁਹਾਨੂੰ ਮੈਨੂੰ ਸਾਰਿਆਂ ਨੂੰ, ਪਰ ਅੱਜ ਸਾਰਿਆਂ ਨੂੰ ਪੜ੍ਹਾਉਣ ਦੇ ਯੋਗ ਹੋ ਗਏ ਆ। ਠੀਕ ਹੈ, ਰਾਈਟ। ਇੱਕ ਦਿਨ ਕਾਇਦੇ ਤੇ ਲਿਖੇ ਹੋਏ ਊੜਾ ਐੜਾ ਈੜੀ ਪੜ੍ਹਨਾ ਨਹੀਂ ਸੀ ਆਉਂਦਾ। ਅੱਜ ਬਹੁਤ ਸੋਹਣੇ ਅਲਫਾਜ਼ ਜਿਹੜੇ ਨੇ ਉਹ ਸ਼ੇਅਰ ਕਰਦੇ। ਇਹਦਾ ਮਤਲਬ ਜਦੋਂ ਕਿਸੇ ਚੀਜ਼ ਤੇ ਮਿਹਨਤ ਕੀਤੀ ਜਾਏ, ਚਾਹੇ ਉਹ ਰੂਹਾਨੀਅਤ ਹੈ, ਚਾਹੇ ਕੋਈ ਸੰਸਾਰ ਦੇ ਵਿੱਚ ਕੋਈ ਫੀਲਡ ਹੈ, ਇਨਸਾਨ ਉੱਥੇ ਕਾਮਯਾਬੀ ਹਾਸਲ ਜ਼ਰੂਰ ਕਰਦਾ।
ਸੋ ਪਰਮ ਪਿਤਾ ਪਰਮਾਤਮਾ ਬਾਰੇ ਸਾਨੂੰ ਤਾਂ ਨਹੀਂ ਪਤਾ ਲੱਗਾ ਕਿਉਂਕਿ ਇਸ ਸਬਜੈਕਟ ਨੂੰ ਅਸੀਂ ਇੱਕ ਫालतू ਜਿਹਾ ਵਿਸ਼ਾ ਸਮਝ ਲਿਆ ਸੀ। ਇਹਦੇ ਵੱਲ ਬਹੁਤਾ ਜ਼ਿਆਦਾ ਧਿਆਨ ਨਹੀਂ ਦਿੱਤਾ, ਇਸ ਕਰਕੇ ਇਹ ਸਬਜੈਕਟ ਖੁੰਝ ਗਿਆ। ਗੁਰਮਤਿ ਦਾ ਧਾਰਨੀ ਨਾ ਹੋ ਸਕਿਆ, ਗੁਰਮਤਿ ਤੇ ਵਿਸ਼ਵਾਸ ਨਾ ਆਇਆ, ਧਰਮ ਦਇਆ ਪੁੰਨ ਦਾਨ ਇਹ ਚੀਜ਼ਾਂ ਦੀ ਸਮਝ ਨਾ ਲੱਗੀ, ਇਸ ਦੇ ਉੱਪਰ ਭਰੋਸਾ ਹੀ ਨਾ ਬਣ ਸਕਿਆ। ਕਿਉਂਕਿ ਇਹ ਸਬਜੈਕਟ ਅਸੀਂ ਲਿਆ ਨਾ ਸਾਡੇ ਪਰਿਵਾਰ ਵਾਲਿਆਂ ਨੇ ਲੈ ਕੇ ਦਿੱਤਾ, ਜਿਨ੍ਹਾਂ ਨੇ ਲੈ ਕੇ ਦਿੱਤਾ, ਜਿਨ੍ਹਾਂ ਨੇ ਇਹ ਸਬਜੈਕਟ ਪੜ੍ਹਾਇਆ ਬਈ ਬਹੁਤ ਅੱਛੇ, ਬਹੁਤ ਚੰਗੇ, ਸਤਿਕਾਰਯੋਗ, ਪੂਜਣਯੋਗ। ਤੇ ਚਲੋ ਜੇ ਦੇਰ ਆਏ ਦਰੁਸਤ ਆਏ, ਜੇ ਅੱਜ ਹੀ ਪੜ੍ਹਨ ਨੂੰ ਮਿਲ ਗਿਆ, ਅੱਜ ਹੀ ਸੁਣਨ ਨੂੰ ਮਿਲ ਗਿਆ ਕਿ ਨਾਨਕ ਕੇ ਘਰ ਕੇਵਲ ਨਾਮ, ਤੇ ਅੱਜ ਹੀ ਇਸ ਚੀਜ਼ ਵੱਲ ਤੁਰ ਪਈਏ। ਕੋਈ ਗੱਲ ਨਹੀਂ ਫਰੀਦਾ, ਕੋਈ ਗੱਲ ਨਹੀਂ ਫਰੀਦਾ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ, ਕੋਈ ਗੱਲ ਨਹੀਂ। ਹੁਣ ਵੀ ਮੁੜਿਆ ਅਜੋ ਕਛ ਬਿਗੜਿਓ ਨਾਹਿਨ, ਜੋ ਪ੍ਰਭ ਗੁਣ ਗਾਵੇ, ਅਜੇ ਵੀ ਤੇਰਾ ਸਵਰ ਸਕਦਾ, ਅਜੇ ਸਵਾਸ ਹੈ, ਅਜੇ ਵੀ ਬਖਸ਼ਿਆ ਜਾ ਸਕਦਾ, ਅਜੇ ਵੀ ਕਾਗਜ਼ ਤੇ ਸਟੈਂਪ ਲੱਗ ਸਕਦੀ ਹੈ, ਗਲਿਆ ਨਹੀਂ ਅਜੇ ਤੱਕ, ਅਜੇ ਕਾਗਜ਼ ਹੈ, ਇਹਦੇ ਤੇ ਸਟੈਂਪ ਲੱਗ ਗਈ ਨਾ, ਇਹਦੀ ਕੀਮਤ ਬਣ ਜਾਣੀ। ਕਾਗਜ਼ ਭਾਵੇਂ 1 ਰੁਪਈਏ ਦਾ ਲਿਆਓ, ਕਾਗਜ਼ ਭਾਵੇਂ 50 ਰੁਪਏ ਦਾ ਉੱਥੋਂ ਤਹਿਸੀਲੋਂ ਲੈ ਲਓ, ਕਾਗਜ਼ ਭਾਵੇਂ 2000 ਦਾ ਲੈ ਲਓ, ਜਦੋਂ ਤੱਕ ਤਹਿਸੀਲਦਾਰ ਸਾਹਿਬ ਦੀ ਮੋਹਰ ਨਹੀਂ ਲੱਗਦੀ ਉਦੋਂ ਤੱਕ ਲੈਣ ਦੇਣ ਸਫਲ ਨਹੀਂ ਹੁੰਦਾ, ਉਦੋਂ ਤੱਕ ਜ਼ਮੀਨਾਂ ਜਾਇਦਾਦਾਂ ਇੱਕ ਦੂਜੇ ਦੇ ਨਾਂ ਤੇ ਨਹੀਂ ਚੜ੍ਹਦੀਆਂ। ਕੋਈ ਗੱਲ ਨਹੀਂ, ਅਵਸਥਾ ਕੋਈ ਵੀ ਹੈ, ਬਾਲਪਨ ਹੈ, ਜੋਬਨ ਹੈ, ਬੁਢੇਪਾ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਨਾਨਕ ਦੇ ਨਾਮ ਦੀ ਮੋਹਰ ਲਵਾ ਲੈ, ਤੈਨੂੰ ਰੱਬ ਮਾਫ ਕਰਕੇ ਮੁਕਤ ਕਰ ਦੇਗਾ। ਸੋ ਸਤਸੰਗ ਜੀ, ਇਹ ਤੇ ਆਪਾਂ ਭੂਮਿਕਾ ਸ਼ਬਦ ਦੀ ਉਹਦੀ ਵਿਚਾਰ ਕਰ ਰਹੇ ਹਾਂ। ਸਮਾਂ ਇਜਾਜ਼ਤ ਨਹੀਂ ਦਿੰਦਾ ਹੋਰ ਅੱਗੇ ਚਲੀਏ, ਕਿਉਂਕਿ ਲੜੀਵਾਰ ਸ਼ਬਦ ਦੀ ਵਿਚਾਰ ਅਜੇ ਰਹਿੰਦੀ ਹੈ। ਆਓ ਸੰਖੇਪ ਵਿੱਚ ਸ਼ਾਰਟਲੀ, ਕਿਉਂਕਿ ਭਾਵੇਂ ਅਸੀਂ ਵਿਸਤਾਰ ਵਿੱਚ ਵੀ ਕਰੀਏ, ਇਹਨੂੰ ਵੀ ਅਸੀਂ ਵਿਸਥਾਰ ਨਹੀਂ ਕਹਿ ਸਕਦੇ, ਅਸੀਂ ਸੰਖੇਪ ਹੀ ਕਹਿ ਸਕਦੇ ਹਾਂ। ਗੁਰੂ ਦੀ ਬਾਣੀ ਦਾ ਕੀ ਵਿਸਤਾਰ ਅਸੀਂ ਕਰ ਸਕਦੇ ਹਾਂ? ਅਸੀਂ ਨਹੀਂ ਕਰ ਸਕਦੇ। ਸੋ ਇਸ ਕਰਕੇ ਸੰਖੇਪ ਦੇ ਵਿੱਚ ਹੀ ਆਪ ਜੀ ਦੇ ਸਨਮੁਖ, ਆਪ ਜੀ ਦੇ ਰੂਬਰੂ ਸ਼ਬਦ ਦੀ ਵਿਚਾਰ ਹੈ। ਗੌੜੀ ਕਬੀਰ ਜੀ, ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਇਸ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਪ੍ਰਮਾਤਮਾ ਨੂੰ ਪਾਉਣ ਦੇ ਲਈ, ਪ੍ਰਮਾਤਮਾ ਨੂੰ ਦੇਖਣ ਦੇ ਲਈ, ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਭੇਖ ਕਰਦੇ ਨੇ। ਬਾਣੀ ਵਿੱਚ ਲਿਖਿਆ ਪ੍ਰਮਾਤਮਾ ਭੇਖ ਨਾਲ ਖੁਸ਼ ਨਹੀਂ ਹੁੰਦਾ, ਪ੍ਰਮਾਤਮਾ ਭੇਖ ਨਾਲ ਨਹੀਂ ਮਿਲਦਾ, ਪ੍ਰਮਾਤਮਾ ਪ੍ਰੇਮੀ ਨੂੰ ਜਾਂ ਪ੍ਰੇਮ ਰਾਹੀਂ ਮਿਲਦਾ ਹੈ। ਅਡੰਬਰ ਕਰਨ ਦੇ ਨਾਲ ਨਹੀਂ ਮਿਲਦਾ, ਕਰਮ ਕਾਂਡ ਕਰਨ ਦੇ ਨਾਲ ਨਹੀਂ ਮਿਲਦਾ, ਜਾਦੂ ਟੋਣੇ ਕਰਕੇ ਨਹੀਂ ਮਿਲਦਾ, ਤੇ ਬਾਹਰੀ ਦਿਖਾਵਿਆਂ ਦੇ ਨਾਲ ਨਹੀਂ ਮਿਲਦਾ। ਭਗਤ ਜੀ ਕਹਿੰਦੇ ਨਗਨ ਫਿਰਤ। ਸਾਡੇ ਹਿੰਦੁਸਤਾਨ ਦੀ ਧਰਤੀ ਤੇ ਉਹ ਲੋਕ ਨੇ ਜਿਹੜੇ ਬਿਲਕੁਲ ਕੋਈ ਅੱਧ ਨੰਗੇ ਨੇ, ਕੋਈ ਸਾਰੇ ਨੰਗੇ ਨੇ, ਉਹ ਰਹਿੰਦੇ ਆ, ਔਰ ਉਹ ਆਪਣੇ ਸਰੀਰ ਤੇ ਸਵਾਹ ਮਲਦੇ ਨੇ, ਚੰਦਨ ਮੱਥੇ ਤੇ ਲਾਉਂਦੇ ਨੇ, ਟਿੱਕੇ ਲਾਉਂਦੇ ਨੇ, ਕਈ ਤਰ੍ਹਾਂ ਦੀਆਂ ਉਹ ਗੱਲਾਂ ਬਾਤਾਂ ਕਰਦੇ ਨੇ, ਕਈ ਕੁਛ ਕਰਦੇ ਨੇ। ਬਾਣੀ ਵਿੱਚ ਇਸ ਨੂੰ ਕਰਮ ਕਾਂਡ ਲਿਖਿਆ। ਤੇ ਮਹਾਰਾਜ ਜੀ ਕਹਿੰਦੇ ਨੇ ਵੀ ਪ੍ਰਮਾਤਮਾ ਤੁਹਾਨੂੰ ਨੰਗਿਆਂ ਨੂੰ ਦੇਖ ਕੇ ਥੋੜ੍ਹਾ ਖੁਸ਼ ਹੋਏਗਾ, ਮਿਲੇਗਾ। ਜੇ ਕਿਸੇ ਨੇ ਜੋਗੀ ਬਣਨਾ, ਅਸਲ ਦੇ ਵਿੱਚ ਨਗਨ ਰਹਿ ਕੇ ਨਹੀਂ, ਸਰੀਰ ਨੂੰ ਕੱਜਣ ਦੇ ਨਾਲ, ਹਾਇਆ ਸ਼ਰਮ ਇਹ ਸਾਨੂੰ ਦੱਸੀ ਹੈ, ਸਾਨੂੰ ਪਰਦਾ ਦੱਸਿਆ। ਪਰਦੇ ਦਾ ਮਤਲਬ ਉਹ ਨਹੀਂ ਜਿਹੜਾ ਸਿਰ ਦੇ ਉੱਤੇ ਪੱਲੂ ਲੈ ਕੇ ਪੜਦੇ ਦੀ ਮੈਂ ਗੱਲ ਨਹੀਂ ਕਰਦਾ, ਸਰੀਰ ਦਾ ਪਰਦਾ। ਸੋ ਜਿਹੜੇ ਨਗਨ ਹੋ ਕੇ ਫਿਰਦੇ ਨੇ, ਜੰਗਲਾਂ ਦੇ ਵਿੱਚ ਫਿਰਦੇ ਨੇ, ਇੱਧਰ ਉੱਧਰ ਫਿਰਦੇ ਹਨ,
ਧੂਣੀਆਂ ਸਮਾਧੀਆਂ ਲਾ ਕੇ ਮਿੱਟੀ ਮਲ ਕੇ ਸਵਾਹ ਮਲ ਕੇ ਕਹਿੰਦੇ ਆ ਵੀ ਸਾਡਾ ਪ੍ਰਮਾਤਮਾ ਰੱਬ ਗੌਡ ਭਗਵਾਨ ਈਸ਼ਵਰ ਅੱਲਾ ਖੁਦਾ ਖੁਸ਼ ਹੋ ਜਾਏਗਾ। ਤੇ ਭਗਤ ਕਬੀਰ ਜੀ ਕਹਿੰਦੇ ਭੁਲੇਖਾ ਜੇ ਨੰਗੇ ਰਹਿਣ ਦੇ ਨਾਲ ਪ੍ਰਮਾਤਮਾ ਮਿਲ ਜਾਏ ਜਾਂ ਖੁਸ਼ ਹੋ ਜਾਏ, ਬਨ ਕਾ ਮਿਰਗ ਮੁਕਤ ਕਾ ਸਭ ਹੋਗ। ਕਹਿੰਦੇ ਜਿਹੜੇ ਜੰਗਲ ਦੇ ਵਿੱਚ ਬਨ ਦੇ ਵਿੱਚ ਪਸ਼ੂ ਨੇ ਮਿਰਗ ਨੇ ਜੰਗਲ ਦੇ ਵਿੱਚ ਨੰਗੇ ਘੁੰਮਦੇ ਨੇ, ਉਹਨਾਂ ਨੂੰ ਕੋਈ ਡਰੈਸ ਨਹੀਂ ਦਿੱਤਾ ਜਾਂਦਾ ਵੀ ਡਰੈਸ ਪਾ ਕੇ ਘੁੰਮੋ। ਸ਼ੇਰ ਬਘਿਆੜ ਚੀਤੇ ਸੂਰ ਪੰਛੀ ਪਸ਼ੂ ਜੰਗਲਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਡਰੈਸ ਨਹੀਂ ਪਾਏ, ਬਸਤਰ ਜਾਂ ਕੱਪੜੇ ਨਹੀਂ ਪਾਏ, ਉਹ ਵੀ ਤੇ ਨੰਗੇ ਹੀ ਘੁੰਮਦੇ ਨੇ। ਜੇ ਨੰਗੇ ਰਹਿਣ ਦੇ ਨਾਲ ਈਸ਼ਵਰ ਰੱਬ ਮਿਲ ਜਾਂਦਾ ਹੁੰਦਾ ਤੇ ਭਗਤ ਕਬੀਰ ਜੀ ਕਹਿੰਦੇ ਨੇ ਬਨ ਕਾ ਮਿਰਗ ਮੁਕਤ ਸਭ ਹੋਗ। ਜੰਗਲ ਦਾ ਹਰੇਕ ਪਸ਼ੂ ਤਰ ਜਾਂਦਾ, ਮੁਕਤ ਹੋ ਜਾਂਦਾ। ਐਦਾਂ ਨਹੀਂ, ਇਹ ਭੁਲੇਖਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਦੱਸਿਆ ਵੀ ਜਿਹੜਾ ਅਸਲ ਦੇ ਵਿੱਚ ਜੋਗ ਹੈ, ਜਿਹੜਾ ਅਸਲ ਦੇ ਵਿੱਚ ਜੋਗੀ ਹੈ, ਉਹ ਕੇਵਲ ਭੇਖ ਧਾਰਨ ਕਰਕੇ ਜੋਗ ਜਾਂ ਜੋਗੀ ਨਹੀਂ ਬਣਦਾ। ਕਮੰਡਰ ਰੱਖ ਲਿਆ, ਮਾਲਾ ਹੱਥ 'ਚ ਪਾ ਲਈਆਂ ਜਾਂ ਗੇਰੂਆ ਰੰਗ ਦੇ ਵਸਤਰ ਪਾ ਲਏ, ਮਾਲਾ ਕੋਈ ਸਿਰ ਤੇ ਬੰਨ ਲਈਆਂ, ਕੋਈ ਇੱਧਰ ਆ ਕਰ ਲਿਆ। ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦੀ ਪੰਕਤੀ ਹੈ, ਸੁਣੋ। ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ਼। ਉਹ ਜਿਨ੍ਹਾਂ ਦੇ ਲੋਕਾਂ ਦੀ ਗੱਲ ਕੀਤੀ ਅਸੀਂ ਪਹਿਲਾਂ, ਉਹ ਨਹਾਉਂਦੇ ਹੀ ਨਹੀਂ, ਉਹ ਇਸ਼ਨਾਨ ਹੀ ਨਹੀਂ ਕਰਦੇ। ਸਰੀਰ ਦੀ ਪਵਿੱਤਰਤਾ ਚਾਹੀਦਾ। ਇੱਥੇ ਇਹ ਵੀ ਨਹੀਂ ਕਹਿ ਸਕਦੇ ਵੀ ਪ੍ਰਮਾਤਮਾ ਨਹਾਉਣ ਦੇ ਨਾਲ ਮਿਲਦਾ, ਇਹ ਨਹੀਂ ਗੱਲ। ਪਰ ਸਰੀਰ ਦੀ ਸਵੱਛਤਾ ਚਾਹੀਦੀ ਹੈ। ਜਿਹੜੇ ਸਰੀਰ ਦੇ ਲਾਗਿਓਂ ਹੀ ਮੁਸ਼ਕ ਆਉਂਦਾ ਰਿਹਾ, ਸਮੈਲ ਆਉਂਦੀ ਰਹੀ ਤੇ ਸਤਸੰਗ ਦੀ, ਉੱਦਾਂ ਹੀ ਬੰਦਾ ਟੇਕ ਹੀ ਨਹੀਂ ਸਕਦਾ। ਸਰੀਰ ਦੀ ਤੰਦਰੁਸਤੀ ਸਰੀਰ ਨੂੰ ਸਾਫ਼ ਰੱਖਣ ਦੇ ਵਿੱਚ ਮਿਲਦੀ ਹੈ। ਸੋ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਚਾਹੇ ਕੋਈ ਸਤਸੰਗ ਜੀ ਸੂਤੀ ਕੱਪੜਾ ਪਾਵੇ, ਚਾਹੇ ਕੋਈ ਰੇਸ਼ਮੀ ਪਾਵੇ, ਸਾਨੂੰ ਨਹੀਂ ਮਹਾਰਾਜ ਜੀ ਨੇ ਕਿਹਾ ਤੁਸੀਂ ਨਾ ਪਾਓ। ਚਾਹੇ ਕੋਈ ਨੀਲਾ ਪਾਏ, ਚਾਹੇ ਲਾਲ ਪਾਏ, ਚਾਹੇ ਚਿੱਟਾ ਪਾਏ, ਚਾਹੇ ਭਗਵਾ ਪਾਏ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਤੇ ਗੁਰੂ ਦੇ ਰੱਬ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਰਹੋ। ਰੰਗ ਸਭੇ ਨਾਰਾਇਣੇ ਜੀਤੇ ਮਨ ਭਵਨ। ਹਾਂ, ਤਨ ਜ਼ਰੂਰ ਕੱਜਿਆ ਹੋਣਾ ਚਾਹੀਦਾ। ਕੱਪੜਾ ਕੋਈ ਵੀ ਪਾਇਆ ਜਾਏ, ਤਨ ਕੱਜਿਆ ਹੋਣਾ ਚਾਹੀਦਾ। ਸਾਡੇ ਬੱਚੇ, ਸਾਡੇ ਧੀਆਂ ਪੁੱਤਰ, ਉਹਨਾਂ ਨੂੰ ਇਹ ਗੱਲ ਦੱਸਣੀ ਬੜੀ ਜ਼ਰੂਰੀ ਹੈ ਵੀ ਤਨ ਢੱਕਿਆ ਹੋਣਾ ਚਾਹੀਦਾ। ਤਨ ਜੇ ਤਨ ਨੰਗਾ ਤੇ ਫਿਰ ਗੁਰੂ ਮਹਾਰਾਜ ਜੀ ਉਸ ਨੂੰ ਚੰਗਾ ਅੱਛਾ ਨਹੀਂ ਕਹਿੰਦੇ। ਇਸ ਕਰਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਨੂੰ ਉਸ ਸੱਚੇ ਪਾਤਸ਼ਾਹ ਨੇ, ਗੁਰੂ ਨੇ ਆਪਣੇ ਤਨ ਨੂੰ, ਆਪਣੀ ਇੱਜ਼ਤ ਪੱਤ ਨੂੰ ਸੋ ਢੱਕਣ ਦੇ ਬਾਰੇ ਕਿਹਾ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਭੇਖ ਦੇ ਨਾਲ, ਨੰਗਿਆਂ ਰਹਿਣ ਦੇ ਨਾਲ, ਕੋਈ ਸਪੈਸ਼ਲ ਵਰਦੀ ਪਾਉਣ ਦੇ ਨਾਲ ਉਹ ਪ੍ਰਮਾਤਮਾ ਮਿਲਦਾ ਜਾਂ ਖੁਸ਼ ਨਹੀਂ ਹੁੰਦਾ। ਭਗਤ ਕਬੀਰ ਦੀ ਅਗਲੀ ਪੰਕਤੀ ਹੋਰ ਪ੍ਰਵਾਨ ਕਰਦੇ, ਕਿਆ ਨਾਂਗੇ ਕਿਆ ਬਾਧੇ ਚਾਮ। ਕਈ ਆਪਣੇ ਪਿੰਡੇ ਨੂੰ, ਮਤਲਬ ਆਪਣੇ ਸਰੀਰ ਨੂੰ ਮਿਰਗਸ਼ਾਲਾ, ਉਹ ਜਾਨਵਰਾਂ ਦੀ ਜਿਹੜੀ ਖੱਲ ਹੈ ਉਹ ਵੀ ਕਈਆਂ ਨੇ ਪਾਈ ਹੁੰਦੀ ਹੈ। ਚੰਮ ਮਤਲਬ ਚੰਮ ਦੇ ਨਾਲ ਸਰੀਰ ਢੱਕਦੇ ਨੇ। ਬਾਧੇ ਚਾਮ, ਕਿਆ ਨਾਗੇ ਕਿਆ ਬਾਧੇ ਚਾਮ। ਮਹਾਰਾਜ ਜੀ ਕਹਿੰਦੇ ਚਾਹੇ ਕੋਈ ਨੰਗਾ ਰੱਖੇ, ਚਾਹੇ ਕਿਸੇ ਜਾਨਵਰ ਦਾ ਚੰਮ ਲਪੇਟ ਲੈ, ਇਹਦੇ ਨਾਲ ਕੀ ਹੁੰਦਾ? ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਰੱਬ ਨਾ ਜਾਤ ਦੇਖਦਾ, ਰੱਬ ਨਾ ਕਿਸੇ ਦਾ ਧਰਮ ਦੇਖਦਾ, ਨਾ ਕਾਲਾ ਗੋਰਾ ਲੰਮਾ ਉੱਚਾ ਮੋਟਾ ਛੋਟਾ ਦੇਖਦਾ, ਨਾ ਕੋਈ ਸਾਸੰਗ ਕੋਈ ਦੇਸ਼ ਦੇਖਦਾ। ਪਰਮਾਤਮਾ ਤੇ ਅਮਲ ਦੇਖਦਾ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਜੇ ਕਿਸੇ ਦੇ ਕੋਲ ਅਮਲ ਹੈ, ਉਹ ਕੋਈ ਵੀ ਹੈ, ਭਾਵੇਂ ਉਹ ਕਿਸੇ ਧਰਮ ਦਾ, ਕਿਸੇ ਜਾਤ ਦਾ,
ਉਹ ਸਾਰੇ ਹੀ ਤਰਨਗੇ, ਸਾਰੇ ਤਰ ਜਾਣਗੇ। ਸੋ ਮਹਾਰਾਜ ਜੀ ਦੀ ਬਾਣੀ, ਭਗਤ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ। ਕਿਆ ਨਾਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਜਦੋਂ ਤੱਕ ਪ੍ਰਮਾਤਮਾ ਤੇਰੇ ਅੰਤਰ ਆਤਮਾ ਨੂੰ ਛੋਇਆ ਹੀ ਨਹੀਂ, ਸ਼ਬਦ ਅੰਦਰ ਵਸਿਆ ਹੀ ਨਹੀਂ, ਦਵਾਈ ਅੰਦਰ ਗਈ ਨਹੀਂ, ਤੇ ਫਿਰ ਉਹਦਾ ਅਸਰ ਕਿਵੇਂ ਹੋਣਾ? ਕੋਈ ਦਵਾਈ ਨੂੰ ਮੂੰਹ ਦੇ ਵਿੱਚ ਪਾ ਕੇ ਕੁਰਲਾ ਜਿਹਾ ਕਰਕੇ ਤੇ ਉਸ ਨੂੰ ਬਾਹਰ ਸੁੱਟ ਦੇਵੇ, ਅੰਦਰ ਨਾ ਲੰਘਾਵੇ, ਤੇ ਉਸ ਦਵਾਈ ਨੇ ਇਹ ਥੋੜ੍ਹਾ ਕਹਿਣਾ ਵੀ ਮੈਂ ਦਵਾਈ ਮੂੰਹ 'ਚ ਪਾ ਲਈ ਹੈ ਤੇ ਇਹਦਾ ਅਸਰ ਹੋ ਗਿਆ। ਮੂੰਹ ਦੇ ਵਿੱਚ ਪਾਣ ਤੋਂ ਬਾਅਦ ਹਲਕ ਗਲੇ ਦੇ ਹੇਠਾਂ ਜਾਣੀ ਚਾਹੀਦੀ ਹੈ, ਪੇਟ ਵਿੱਚ, ਢਿੱਡ ਵਿੱਚ, ਤਾਂ ਫਿਰ ਹੌਲੀ ਹੌਲੀ ਉਹ ਬਲੱਡ ਦੇ ਵਿੱਚ ਜਾ ਕੇ ਆਪਣਾ ਅਸਰ ਦਿਖਾਉਂਦੀ ਹੈ। ਤੇ ਜਿਹੜੀ ਅਸੀਂ ਕੀਰਤਨ ਕਥਾ ਬਾਣੀ ਨਿਤਨੇਮ ਰੋਜ਼ ਪੜ੍ਹਦੇ ਤੇ ਸੁਣਦੇ ਹਾਂ, ਜੇ ਮੂੰਹ ਦੇ ਵਿੱਚ ਹੀ ਰਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੰਦਰ ਪਤਾ ਹੀ ਨਾ ਹੋਵੇ ਵੀ ਕੋਈ ਵਾਹਿਗੁਰੂ ਵੀ ਹੈ, ਤੇ ਫਿਰ ਮਹਾਰਾਜ ਜੀ ਕਹਿੰਦੇ ਭਾਵੇਂ ਤੂੰ ਜੋ ਮਰਜ਼ੀ ਕਰੀ ਜਾ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁੰਡਾਏ। ਮਤਲਬ ਲਾਂਬੇ ਕੇਸ ਦਾ ਮਤਲਬ ਕੋਈ ਸਾਨੂੰ ਸਿੱਖਾਂ ਨੂੰ ਨਹੀਂ ਗਿਆ, ਕਿਉਂਕਿ ਉਸ ਸਮੇਂ ਬਹੁਤ ਲੰਮੀਆਂ ਲੰਮੀਆਂ ਜੜਾਂ ਰੱਖਦੇ ਸੀ ਸਾਧੂ, ਸਾਧ ਬਣ ਕੇ ਜਿਹੜੇ ਘੁੰਮਦੇ ਸੀ। ਇਸ ਤਰ੍ਹਾਂ ਲੱਗਦਾ ਸੀ ਵੀ ਇਹ ਖਰੇ ਰੱਬ ਦੇ ਪਿਆਰੇ ਨੇ, ਪਰ ਬਾਣੀ ਵਿੱਚ ਇਹ ਚੀਜ਼ ਨੂੰ ਨਹੀਂ ਮੰਨਿਆ ਗਿਆ। ਤੇ ਕਈ ਆਪਣੇ ਸਿਰ ਨੂੰ ਐਨ ਰਗੜ ਦਿੰਦੇ ਨੇ। ਬਿਲਕੁਲ ਬਿਲਕੁਲ ਜਿਹੜਾ ਮੁੰਡਨ ਕੀਤਾ ਜਾਂਦਾ ਨੇ, ਇੱਕ ਵੀ ਵਾਲ ਸਿਰ ਤੇ ਨਹੀਂ ਰਹਿਣ ਦਿੱਤਾ ਜਾਂਦਾ। ਭਗਤ ਜੀ ਕਹਿੰਦੇ ਨੇ ਕੋਈ ਮੁੰਡਨ ਕਰ ਦੇਵੇ, ਸਿਰ ਗੰਜਾ ਕਰ ਦੇਵੇ, ਚਾਹੇ ਕੋਈ ਵਾਲ ਆਪਣੀਆਂ ਜਟਾਂ ਵਧਾ ਦੇਵੇ, ਕਹੇ ਵੀ ਇਹਨਾਂ ਨੂੰ ਦੇਖ ਕੇ ਰੱਬ ਖੁਸ਼ ਹੋ ਜਾਏਗਾ। ਰੱਬ ਨੇ ਦੇਖਣੇ ਤੇਰੇ ਅਮਲ, ਨਾ ਜ਼ਾਤ ਨਾ ਕੋਈ ਤੇਰਾ ਧਰਮ, ਅਮਲ ਹੀ ਅਸਲ ਦੇ ਵਿੱਚ ਧਰਮ ਹੈ। ਜੇ ਪ੍ਰਮਾਤਮਾ ਅੰਦਰ ਨਹੀਂ ਵਸਿਆ, ਜਬ ਨਹੀਂ ਚੀਨਸ ਆਤਮ ਰਾਮ, ਜਦੋਂ ਤੱਕ ਤੂੰ ਤੇਰੀ ਆਤਮਾ ਪ੍ਰਮਾਤਮਾ ਦਾ ਮੇਲ ਨਹੀਂ ਕਰਦੀ ਜਾਂ ਦੇਖਦੀ ਨਹੀਂ, ਜਾਂ ਆਤਮਾ ਜਿਹੜੀ ਹੈ ਪ੍ਰਮਾਤਮਾ ਨਾਲ ਮਿਲਦੀ ਨਹੀਂ, ਉਦੋਂ ਤੱਕ ਕੁਝ ਵੀ ਨਹੀਂ ਹੈ। ਅਗਲੀ ਬੜੀ ਪਿਆਰੀ ਪੰਕਤੀ ਹੈ, ਕਹਿੰਦੇ ਮੂੜ ਮੁਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਇੱਥੇ ਕਬੀਰ ਜੀ ਦੇ ਤਾਂ ਹੀ ਦੁਸ਼ਮਣ ਬਣ ਗਏ ਸੀ, ਕਬੀਰ ਜੀ ਨੇ ਸਿੱਧੀਆਂ ਗੱਲਾਂ ਕੀਤੀਆਂ। ਕਹਿੰਦੇ ਕਈ ਸਿਰ ਮਨਾ ਲੈਂਦੇ ਨੇ ਤੇ ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਰੱਬ ਨੂੰ ਮਿਲਣ ਦਾ ਯਤਨ ਕਰ ਦਿੰਦੇ, ਜਿਵੇਂ ਪਹਿਲਾਂ ਦੱਸਿਆ ਘੋਣ ਮੋਹਣ ਗੰਜੇ। ਕਹਿੰਦੇ ਮੂੜ ਮੁਡਾਏ, ਮੂੜ ਦਾ ਮਤਲਬ ਸਿਰ, ਮੁਡਾਏ ਦਾ ਮਤਲਬ ਮਨਾਉਣਾ। ਮੂੜ ਮੁਡਾਏ ਜੋ ਸਿੱਧ ਪਾਈ, ਜਿਸ ਤਰ੍ਹਾਂ ਸਿੱਧੀ ਮਿਲ ਸਕਦੀ ਹੋਵੇ, ਤੇ ਮੁਕਤੀ ਭੇਡ ਨਾ ਗਈਆ ਕਾਈ। ਕਹਿੰਦੇ ਭੇਡਾਂ ਨੂੰ ਫੜ ਕੇ ਨਾ ਉਹਨਾਂ ਦੀ ਸਾਰੀ ਜਿਹੜੀ ਚਮੜੀ ਦੇ ਉੱਪਰ ਸਤਸੰਗ ਜੀ ਲੱਗੀ ਹੁੰਦੀ ਹੈ, ਉੱਨ ਟਾਈਪ, ਉਹਨੂੰ ਸਭ ਉਹਨੂੰ ਲਾ ਦਿੱਤਾ ਜਾਂਦਾ। ਭੇਡਾਂ ਨੂੰ ਹਮੇਸ਼ਾ ਉਹਨਾਂ ਨੂੰ ਉੱਪਰੋਂ ਬਿਲਕੁਲ ਕਲੀਨ ਕੀਤਾ ਜਾਂਦਾ ਹੈ, ਸਾਫ਼ ਕੀਤਾ ਜਾਂਦਾ ਹੈ, ਤੇ ਜਿਹੜਾ ਉਹਨਾਂ ਦੀ ਚਮੜੀ ਤੋਂ ਜੋ ਵੀ ਕੁਝ ਲੱਥਦਾ ਹੈ ਉਹਨੂੰ ਕਈ ਤਰੀਕਿਆਂ ਦੇ ਨਾਲ ਵਰਤਿਆ ਜਾਂਦਾ ਹੈ, ਕੱਪੜਿਆਂ ਦੇ ਲਈ ਜਾਂ ਹੋਰ ਚੀਜ਼ਾਂ ਦੇ ਲਈ, ਉੱਨ ਵਾਸਤੇ। ਕਹਿੰਦੇ ਜੇ ਇੱਦਾਂ ਕਿਸੇ ਦੀ ਮੁਕਤੀ ਹੁੰਦੀ ਤੇ ਫਿਰ ਭੇਡਾਂ ਨਾ ਮੁਕਤ ਹੋ ਗਈਆਂ ਹੁੰਦੀਆਂ। ਉਹਨਾਂ ਨੂੰ ਵੀ ਪੂਰਾ ਗੰਜਾ ਕਰ ਦਿੱਤਾ ਜਾਂਦਾ, ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਜਾਂਦਾ, ਕਲੀਨ ਕਰ ਦਿੱਤਾ ਜਾਂਦਾ। ਬਿੰਦ ਰੱਖ ਜੋ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਜਿਹੜੇ ਕਹਿੰਦੇ ਨੇ ਵੀ ਮੈਂ ਤੇ ਗ੍ਰਸਤੀ ਨਹੀਂ ਬਣਨਾ, ਮੈਂ ਤੇ ਵਿਆਹ ਨਹੀਂ ਕਰਾਉਣਾ, ਸ਼ਾਦੀ ਨਹੀਂ ਕਰਾਉਣੀ, ਬੱਚੇ ਨਹੀਂ ਕਰਨੇ, ਇੱਥੇ ਲਿਖਿਆ ਬਿੰਦ ਰਾਖ ਜੋ ਤਰੀਏ ਪਾਈ, ਮੈਂ ਇੱਦਾਂ ਤਰ ਜਾਵਾਂਗਾ, ਮੈਂ ਇੱਦਾਂ ਤਰ ਜਾਵਾਂਗਾ, ਮੈਂ ਬ੍ਰਹਮਚਾਰੀ ਸੰਨਿਆਸੀ ਤਪਸਵੀ ਰਹਿ ਕੇ ਤਰ ਜਾਵਾਂਗਾ, ਮੈਂ ਵਿਆਹ ਸ਼ਾਦੀ ਨਹੀਂ ਕਰਾਉਣੀ, ਮੈਂ ਬਿੰਦ ਸਾਂਭ ਕੇ ਰੱਖਣਾ। ਬਿੰਦ ਰਾਖ ਜੋ ਤਰੀਏ ਭਾਈ, ਜੇ ਇੱਦਾਂ ਕੋਈ ਤਰਦਾ ਹੁੰਦਾ ਤੇ ਭਗਤ ਜੀ ਕਹਿੰਦੇ ਖੁਸਰੇ ਕਿਉਂ ਨਾ ਪਰਮਗਤ ਪਾਈ। ਖੁਸਰੇ ਦੀ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਖੁਸਰਿਆਂ ਦਾ ਕੋਈ ਪਰਿਵਾਰ ਥੋੜ੍ਹਾ ਹੁੰਦਾ, ਬੱਚੇ ਥੋੜ੍ਹਾ ਪੈਦਾ ਹੁੰਦੇ ਨੇ,
ਜੇ ਤੂੰ ਕਵੇਂ ਵੀ ਗ੍ਰਸਤੀ ਜੀਵਨ ਮੈਂ ਨਹੀਂ ਅਪਣਾਉਣਾ ਤੇ ਮੈਂ ਇਦਾਂ ਹੀ ਧਰਨਾ ਹੈ, ਤੇ ਫਿਰ ਕਹਿੰਦੇ ਤੈਨੂੰ ਭੁਲੇਖਾ ਹੈ, ਖੁਸਰਿਆਂ ਦਾ ਗ੍ਰਸਤੀ ਜੀਵਨ ਨਹੀਂ ਹੁੰਦਾ, ਉਹਨਾਂ ਦੇ ਬੱਚੇ ਨਹੀਂ ਹੁੰਦੇ, ਪੈਦਾ ਨਹੀਂ ਕਰ ਸਕਦੇ। ਫਿਰ ਕਹਿੰਦੇ ਉਹ ਆਤਮਕ ਅਵਸਥਾ ਉਹਨਾਂ ਦੀ ਮੁਕਤੀ ਹੋ ਜਾਂਦੀ, ਖੁਸਰੇ ਕਿਉਂ ਨਾ ਪਰਮਗਤ ਪਾਈ, ਉਹਨਾਂ ਨੇ ਮੁਕਤੀ ਕਿਉਂ ਨਾ ਪ੍ਰਾਪਤ ਕਰ ਲਈ। ਇਸ ਕਰਕੇ ਭਾਈ ਗ੍ਰਸਤ ਪ੍ਰਧਾਨ ਹੈ, ਗ੍ਰਸਤੀ ਬਣ, ਸੱਚਾ ਗ੍ਰਸਤੀ ਬਣ ਔਰ ਆਪਣੇ ਧਰਮ ਈਮਾਨ ਵਿੱਚ ਪੱਕਾ ਰਹਿ, ਅੱਛੇ ਕਰਮ ਕਰ, ਆਪਣੇ ਘਰ ਦੇ ਵਿੱਚ ਖੁਸ਼ ਰਹਿ ਔਰ ਪੱਕਾ ਰਹਿ, ਧਰਮ ਦੇ ਵਿੱਚ ਪੱਕਾ ਰਹਿ, ਗ੍ਰਸਤ ਵਿੱਚ ਪੱਕਾ ਰਹਿ। ਤੇ ਮਹਾਰਾਜ ਜੀ ਕਹਿੰਦੇ ਉਹ ਗ੍ਰਸਤ ਨੂੰ ਪ੍ਰਧਾਨਤ ਹੈ। ਸੋ ਆਖਰੀ ਪੰਕਤੀ ਭਗਤ ਕਬੀਰ ਜੀ ਦੀ, ਕਹੋ ਕਬੀਰ ਸੁਨੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਭਗਤ ਜੀ ਕਹਿੰਦੇ ਭਾਈ ਧਿਆਨ ਨਾਲ ਸੁਣ ਲਓ, ਇਹ ਛੱਡੋ ਸਾਰੇ ਕਰਮ ਕਾਂਡ, ਛੱਡੋ ਸਾਰੇ ਝਮੇਲੇ ਤੇ ਜੰਜਾਲ, ਤੇ ਰਾਮ ਦਾ ਨਾਮ ਜਪੋ। ਵਾਹਿਗੁਰੂ 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 ਕਹੋ, ਜੋ ਰਾਮ ਕਹਿੰਦਾ ਰਾਮ 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 ਕਹੋ। ਬਸ ਕੋਈ ਸਪੈਸ਼ਲ ਕੋਈ ਚੀਜ਼ ਕਰਨ ਦੀ ਜ਼ਰੂਰਤ ਨਹੀਂ, ਆਹ ਕਰੀਏ ਉਹ ਕਰੀਏ, ਕਿਉਂਕਿ ਦੁਨੀਆ ਦੇ ਵਿੱਚ ਜਿਹੜੇ ਸਿਆਣੇ ਜਿਹਨਾਂ ਨੂੰ ਕਹਿੰਦੇ ਆ ਨਾ, ਉਹ ਸਾਨੂੰ ਕੁਰਾਹੇ ਪਾਉਂਦੇ ਨੇ, ਸਾਨੂੰ ਠੱਗਦੇ ਨੇ, ਸਾਡੇ ਕੋਲੋਂ ਪੈਸੇ ਸਮੱਗਰੀਆਂ ਇਕੱਠੀਆਂ ਕਰਦੇ ਨੇ ਤੇ ਸਾਡਾ ਭਲੇ ਦੀ ਗੱਲ ਕਰਦੇ ਨੇ। ਐਦਾਂ ਭਲਾ ਨਹੀਂ ਹੁੰਦਾ। ਨਾਮ ਜਪਣਾ ਚਾਹੀਦਾ, ਨਾਮ ਸੁਣਨਾ ਚਾਹੀਦਾ, ਚੰਗੇ ਇਨਸਾਨ ਬਣਨਾ ਚਾਹੀਦਾ, ਆਪਣੇ ਆਪ ਭਲਾ ਹੋਏਗਾ। ਜੇ ਕੋਈ ਕਹੇ ਮੈਨੂੰ ਇੰਨੇ ਪੈਸੇ ਦੇ ਦੇ, ਮੈਨੂੰ ਇੰਨੇ ਕੱਪੜੇ ਦੇ ਦੇ, ਮੈਨੂੰ ਇੰਨਾ ਅਨਾਜ ਦੇ ਦੇ, ਮੈਨੂੰ ਇੰਨੀ ਸਮੱਗਰੀ ਦੇ ਦੇ, ਤੇਰਾ ਮੈਂ ਆਹ ਯੱਗ ਕਰ ਦਿਆਂਗਾ, ਉਹ ਕਰ ਦਿਆਂਗਾ, ਉਹ ਤੇ ਰੋਟੀਆਂ ਆਪਣੀਆਂ ਪੂਰੀਆਂ ਕਰੇਗਾ, ਰੋਟੀਆਂ ਕਾਰਨ ਪੂਰੇ ਤਾਲ। ਭਲਾ ਕਰਨ ਵਾਲਾ ਕਦੇ ਵੀ ਲਾਲਚ ਦੀ ਗੱਲ ਨਹੀਂ ਕਰਦਾ, ਉਹ ਕਦੀ ਮੰਗਦਾ ਹੀ ਨਹੀਂ ਕੁਛ। ਗੁਰੂ ਨਾਨਕ ਨੇ ਜਿੰਨਿਆਂ ਦਾ ਭਲਾ ਕੀਤਾ, ਉਹਨਾਂ ਕੋਲੋਂ ਕੱਪੜੇ ਲਏ ਨੇ, ਦਰੀਆਂ ਚਾਦਰਾਂ ਖੇਸੀਆਂ ਲਈਆਂ ਨੇ, ਘਿਓ ਲਿਆ, ਖੰਡ ਲਈ ਹੈ, ਪੈਸੇ ਲਏ ਨੇ, ਕਿੱਥੇ ਲਿਖਿਆ? ਗੁਰੂ ਨਾਨਕ ਨੇ ਜਿੰਨੇ ਤਾਰੇ ਉਹ ਤੇ ਕੋਈ ਗਿਣ ਵੀ ਨਹੀਂ ਸਕਦਾ। ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਦੇ ਕੋਲ ਸਾਧ ਦੀ ਸਮੱਗਰੀ ਨਹੀਂ ਮੰਗੀ, 5100 ਦੀ ਸਮੱਗਰੀ ਦੇ ਦਿਓ, ਇੰਨੇ ਬਸਤਰ ਦੇ ਦਿਓ, ਇੰਨੀਆਂ ਚੀਜ਼ਾਂ ਜਲ ਪ੍ਰਵਾਹ ਕਰ ਦਿਓ, ਇੰਨੀਆਂ ਚੀਜ਼ਾਂ ਆਹ ਕਰ ਦਿਓ ਤਾਂ ਤੁਹਾਡਾ ਭਲਾ ਹੋਣਾ। ਉਹ ਸੁਧਰ ਜਾ, ਸੁਧਰ। ਬਾਣੀ ਵਿੱਚ ਲਿਖਿਆ ਤੂੰ ਸੁਧਰ ਜਾ ਤਾਂ ਭਲਾ ਹੋਣਾ, ਐਵੇਂ ਨਾ ਗਲਤ ਪਾਸੇ ਤੁਰੀ ਫਿਰ, ਐਵੇਂ ਸਿਆਣਿਆਂ ਕੋ ਜਾ ਕੇ ਟਾਈਮ ਤੇ ਪੈਸਾ ਵੇਸਟ ਨਾ ਕਰ। ਜਿਵੇਂ ਅਸੀਂ ਸ਼ੁਰੂ 'ਚ ਪੰਕਤੀ ਪੜ੍ਹੀ ਸੀ ਨਾ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਹਾਂ, ਜ਼ਿਆਦਾ ਪੈਸਾ ਤੇ ਕਿਸੇ ਨੂੰ ਦੇਣਾ ਤੇਰੀ ਮਰਜ਼ੀ ਹੈ, ਨਹੀਂ ਸੰਭਿਆ ਜਾਂਦਾ ਤੇ ਬਰਬਾਦ ਕਰਨਾ ਤੇਰੀ ਮਰਜ਼ੀ ਹੈ। ਗੁਰੂ ਨਾਨਕ ਦੇ ਘਰ ਕੋਈ ਕਿਸੇ ਕੋਲੋਂ ਕੁਝ ਨਹੀਂ ਮੰਗਿਆ ਜਾਂਦਾ, ਸੱਚਖੰਡ ਦੇ ਦਰਸ਼ਨ ਕਰਾਏ ਜਾਂਦੇ ਨੇ। ਕਰਮ ਖੰਡ, ਧਰਮ ਖੰਡ, ਬੈਕੁੰਠ, ਬੇਗਮਪੁਰਾ ਸ਼ਹਿਰ ਹੈ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਇਹ ਗਿਆਨ ਫ੍ਰੀ ਦੇ ਵਿੱਚ ਦਿੱਤਾ ਜਾਂਦਾ। ਵੈਸੇ ਮੈਂ ਆਮ ਬੇਨਤੀ ਕਰਦਾ ਹੁੰਦਾ, ਫ੍ਰੀ ਦੀ ਚੀਜ਼ ਜਿਹੜੀ ਹੈ ਲੋਕੀ ਕਹਿੰਦੇ ਵੀ ਇਹ ਵਧੀਆ ਨਹੀਂ ਹੋਣੀ, ਇਹ ਵਧੀਆ ਨਹੀਂ ਹੋਣੀ। ਸਰਕਾਰੀ ਹਸਪਤਾਲ 'ਚੋਂ ਡਾਕਟਰ ਦਵਾਈ ਦਿੰਦੇ ਨੇ, ਉਹ ਫ੍ਰੀ ਪੱਤੇ ਦੇ ਦਿੰਦੇ ਨੇ, ਇੱਦਾਂ ਲੱਗਦਾ ਵੀ ਇਹਦੇ ਵਿੱਚ ਅਸਰ ਨਹੀਂ। ਤੇ ਜਿਹੜਾ 200-250 ਦਾ ਕੋਈ ਪੱਤਾ ਬਾਹਰੋਂ 10 ਗੋਲੀਆਂ ਲੈਣੀਆਂ, ਉਹਨੂੰ ਸਾਂਭ ਕੇ ਰੱਖਦਾ, ਕਹਿੰਦਾ ਇਹ ਵਧੀਆ ਦਵਾਈ ਹੈ, ਜਦ ਕਿ ਅਸਰ ਉਹਦੇ ਵਿੱਚ ਵੀ ਓਨਾ ਹੀ ਹੈ, ਓਨਾ ਹੀ ਅਸਰ ਹੈ। ਸੋ ਗੁਰੂ ਨਾਨਕ ਦੇ ਘਰ ਜਿਹੜਾ ਸ਼ਬਦ, ਨਾਮ, ਸੇਵਾ, ਸਿਮਰਨ, ਦਾਤਾਂ ਜਿਹੜੀਆਂ ਨੇ ਉਹ ਬਹੁਤ ਸਹਿਜ ਸੁਭਾਏ ਨਾਲ ਮਿਲਦੀਆਂ ਨੇ, ਸਸਤੀਆਂ ਮਿਲਦੀਆਂ। ਗੁਰੂ ਨਾਨਕ ਦੇ ਘਰ ਕੋਈ ਕਿਸੇ ਕਿਸਮ ਦੀ ਡਿਮਾਂਡ ਤੇ ਲਾਲਚ ਨਹੀਂ। ਇਸ ਕਰਕੇ ਜੇ ਫਿਰ ਵੀ ਕੋਈ ਇਹ ਸੌਦਾ ਨਹੀਂ ਖਰੀਦਦਾ ਤੇ ਉਹਦੀ ਬਦਕਿਸਮਤੀ ਹੈ, ਉਹਦੀ ਬਦਕਿਸਮਤੀ ਹੈ। ਇਸ ਕਰਕੇ ਗੁਰੂ ਨਾਨਕ ਮਹਾਰਾਜ ਦੇ ਘਰ ਸੌਦਾ ਸੱਚ ਦਾ। ਤੇ ਭਗਤ ਕਬੀਰ ਜੀ ਦੀਆਂ ਪੰਕਤੀਆਂ ਸਨ। ਆਖਰੀ ਪੰਕਤੀ ਹੋਰ ਪੜ੍ਹ ਲੈਂਦੇ ਹਾਂ ਕਬੀਰ ਜੀ ਦੀ, ਜੋ ਅਸੀਂ ਵਿਚਾਰ ਕਰਦੇ ਹਾਂ ਉਹਦੇ ਨਾਲ ਸੰਬੰਧਿਤ। ਕਬੀਰ ਲੂਟਣਾ ਹੈ ਤੋ ਲੂਟ ਲੈ, राम नाम है लूट फिर पाछे पछताओगे प्राण जाएंगे छूट। लुटना शब्द चंगा नहीं,
ਕਿਸੇ ਨੂੰ ਲੁੱਟਣਾ ਸ਼ਬਦ ਚੰਗਾ ਨਹੀਂ, ਪਰ ਰਾਮ ਦੇ ਨਾਮ ਦੀ ਲੁੱਟ ਜੇ ਕੋਈ ਲੁੱਟ ਸਕਦਾ ਤੇ ਇਹ ਚੰਗੀ ਹੈ, ਭਗਤ ਜੀ ਕਹਿੰਦੇ। ਇਸ ਕਰਕੇ ਰਾਮ ਦੇ ਨਾਮ ਦੀ ਲੁੱਟ ਦਾ ਮਤਲਬ ਇਹ ਹੈ ਵੀ ਰਾਮ ਦਾ ਨਾਮ ਸਾਹਮਣੇ ਪਿਆ, ਕੋਈ ਕਿਸੇ ਨੇ ਲੁਕਾ ਕੇ ਨਹੀਂ ਰੱਖਿਆ। ਗੁਸਤਾਖੀ ਮਾਫ, ਇਹ ਲੁਕਾ ਕੇ ਚੋਰੀ ਚੋਰੀ ਨਾਮ ਨਹੀਂ ਦਿੱਤਾ ਜਾਂਦਾ, ਜਾਂ ਕਿਸੇ ਨੂੰ ਇਹ ਨਹੀਂ ਸ਼ਰਤਾਂ ਨਹੀਂ ਰੱਖੀਆਂ ਜਾਂਦੀਆਂ। ਇੱਥੇ ਤੇ ਖੁੱਲ੍ਹਾ ਹੀ ਹੈ ਗ੍ਰੰਥ, ਸਾਹਮਣੇ ਆ ਕੇ ਗੁਰੂ ਦੇ ਕੋਲ ਬੈਠ ਜਾਓ, ਗੁਰੂ ਦੀ ਗੋਦ ਵਿੱਚ, ਤੇ ਸੁਣਨ ਨੂੰ ਪੜ੍ਹਨ ਨੂੰ ਬਾਣੀ ਮਿਲੇਗੀ। ਨਾਮ ਹੀ ਨਾਮ, ਬਾਣੀ ਬਾਣੀ। ਤਾਂ ਹੀ ਕਹਿੰਦੇ ਨੇ ਲੈ ਜਾ ਲੁੱਟ ਕੇ ਪਈ ਇੱਥੇ ਖਜ਼ਾਨਾ ਨਾ ਮੁੱਕਣ ਵਾਲਾ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ। ਇਹ ਖਜ਼ਾਨਾ ਗੁਰੂ ਨਾਨਕ ਦੇ ਘਰ ਦਾ ਅੱਜ ਤੱਕ ਮੁੱਕਿਆ। ਕਿੰਨੇ ਕਿੰਨੇ ਵਿਦਵਾਨ, ਕਿੰਨੇ ਕਿੰਨੇ ਵੱਡੇ ਵੱਡੇ ਗੁਰੂ ਦੇ ਪਿਆਰੇ ਮਹਾਤਮਾ ਸਾਧੂ ਸੰਤ ਪ੍ਰਚਾਰ ਕਰਕੇ ਦੁਨੀਆ ਤੋਂ ਸਰੀਰ ਕਰਕੇ ਚਲੇ ਗਏ, ਪਰ ਇਹ ਗਿਆਨ ਹੋਰ 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 ਵੱਧਦਾ ਹੀ ਜਾਂਦਾ। ਇਸ ਕਰਕੇ ਇਹ ਸਾਗਰ ਰਹਿ ਗਿਆਨ ਦਾ। ਗੁਰੂ ਗ੍ਰੰਥ ਸਾਹਿਬ ਜਿੰਨਾ ਵੀ ਅਸੀਂ ਛਕ ਸਕਦੇ ਹਾਂ, ਪੀ ਸਕਦੇ ਹਾਂ, ਅੰਮ੍ਰਿਤ ਨਾਮ ਨੂੰ ਸਾਨੂੰ ਛਕਣਾ ਤੇ ਪੀਣਾ ਚਾਹੀਦਾ। ਸੋ ਗੁਰੂ ਮਿਹਰ ਕਰੇ ਸ਼ਬਦ ਬਾਣੀ ਦਾ ਭਾਵ ਅਰਥ ਸਾਡੇ ਸਭ ਦੇ ਹਿਰਦੇ ਵਿੱਚ ਵਸੇ। ਜੋ ਬਾਣੀ ਨੇ ਕਿਹਾ, ਮਹਾਰਾਜ ਜੀ ਮਿਹਰ ਕਰੋ ਅਸੀਂ ਉਸ ਤੇ ਚੱਲ ਸਕੀਏ। ਸਾਡੇ ਵਸ ਨਹੀਂ ਚੱਲ ਸਕੀਏ, ਤੂੰ ਹੀ ਚਲਾ ਸਕਦਾ, ਤੂੰ ਹੀ ਜਨਾ ਸਕਦਾ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦਹੀ ਆਖ ਵਖਾਣੈ। ਸੋ ਮਹਾਰਾਜ ਜੀ ਸਭ ਤੇ ਮਿਹਰ ਕਰੇ, ਨਾਮਦਾਨ ਤੰਦਰੁਸਤੀਆਂ ਸਭ ਨੂੰ ਖੁਸ਼ੀਆਂ ਬਖਸ਼ੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।